Welcome students to business economics lecture. Today we will discuss function of money. ਅੱਜ ਆਪਾਂ function of money discuss ਕਰਾਂਗੇ ਕਿ ਮਨੀ ਦੇ ਫੰਕਸ਼ਨ ਜਿਹੜੇ ਹੈਗੇ ਆ ਕੀ ਹੈਗੇ। ਮਨੀ ਦੇ ਫੰਕਸ਼ਨ ਇਹਨਾਂ ਤਿੰਨ ਪਾਰਟ ਵਿੱਚ ਕਲਾਸੀਫਾਈ ਕੀਤੇ ਗਏ। ਪ੍ਰਾਇਮਰੀ ਫੰਕਸ਼ਨ ਨੂੰ ਮੇਨ ਫੰਕਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੈਕੰਡਰੀ ਫੰਕਸ਼ਨ ਇਹਨਾਂ ਨੂੰ ਸਬਸਿਡਰੀ ਫੰਕਸ਼ਨ ਨਾਲ ਵੀ ਜਾਣਿਆ ਜਾਂਦਾ ਹੈ। ਅਦਰ ਫੰਕਸ਼ਨ ਇਹਨਾਂ ਨੂੰ ਕੰਟੀਜੈਂਟ ਫੰਕਸ਼ਨ ਨਾਲ ਵੀ ਜਾਣਿਆ ਜਾਂਦਾ ਹੈ। ਪ੍ਰਾਇਮਰੀ ਫੰਕਸ਼ਨ ਜਿਹੜੇ ਹੈਗੇ ਆ ਇਹਨਾਂ ਨੂੰ ਓਰੀਜਨਲ ਫੰਕਸ਼ਨ of money, basic function of money ਜਾਂ essential function of money ਇਹਨਾਂ 'ਚੋਂ ਕਿਸੇ ਵੀ ਨੇਮ ਦੇ ਨਾਲ ਇਹਨੂੰ ਆਪਾਂ ਰਿਕੋਗਨਾਈਜ਼ ਕਰ ਸਕਦੇ ਹਾਂ। ਹੁਣ ਪ੍ਰਾਇਮਰੀ ਫੰਕਸ਼ਨ ਕਿਹੜੇ ਹੁੰਦੇ ਸਭ ਤੋਂ ਮੇਨ ਫੰਕਸ਼ਨ ਹੁੰਦੇ ਹੈ ਐਂਡ ਇਹਦੇ ਵਿੱਚੋਂ ਪਹਿਲਾ ਫੰਕਸ਼ਨ ਜਿਹੜਾ ਹੈਗਾ ਮੀਡੀਅਮ ਆਫ ਐਕਸਚੇਂਜ ਕਿ ਵਿਦ ਦਾ ਹੈਲਪ ਆਫ ਮਨੀ ਜਿਹੜੀ ਗੁੱਡ ਐਂਡ ਸਰਵਿਸਿਜ਼ ਦੀ ਜਿਹੜਾ ਐਕਸਚੇਂਜ ਹੈਗਾ ਬਹੁਤ ਈਜ਼ੀ ਹੋ ਗਿਆ। ਆਪਾਂ ਗੁੱਡਸ ਐਂਡ ਸਰਵਿਸ ਲੈਂਦੇ ਹਾਂ ਉਹਦੇ ਬਦਲੇ ਆਪਾਂ ਮਨੀ ਦਿੰਦੇ ਹਾਂ ਜਿਹਦੇ ਨਾਲ ਸਾਡੀ ਵਾਂਟਸ ਜਿਹੜੀ ਕਿ ਸੈਟਿਸਫਾਈ ਹੁੰਦੀ ਹੈ। ਠੀਕ ਹੈ, ਕਲੀਅਰ ਹੋ ਗਿਆ ਕਿ ਪਹਿਲਾ ਹੈਗਾ ਮੀਡੀਅਮ ਆਫ ਐਕਸਚੇਂਜ ਕਿ ਆਪਾਂ ਗੁੱਡ ਐਂਡ ਸਰਵਿਸਿਜ਼ ਪਰਚੇਜ਼ ਕਰਦੇ ਹਾਂ ਐਂਡ ਉਹਦੇ ਬਦਲੇ ਮਨੀ ਪੇ ਕਰਦੇ हैं। मेजर ऑफ द वैल्यू मनी की करती है ये डिफरेंट गुड एंड सर्विसिज की जिहड़ी हैगी है वैल्यू नूं मेजर करती है। फॉर एग्जाम्पल असी बुक खरीदी वो 20 रुपीज़ की, हम 20 रुपीज़ की है मेजर ऑफ द वैल्यू ਉਹਦੀ वैल्यू हैगी है। ठीक है, अगर हम असी कि 20 रुपीज़ की वन बुक हैगी है तो जो 2 बुक्स लेती तो 40 रुपीज़ ये भी की है मेजर ऑफ द वैल्यू कि गुड एंड डिफरेंट गुड एंड सर्विसिज ਦੀਆਂ डिफरेंट ਜਿਹੜੀਆਂ वैल्यूज़ ਹੁੰਦੀਆਂ है। ਅੱਗੇ ਨੈਕਸਟ ਇਹ ਜਿਹੜੇ ਦੋ ਮੇਨ ਫੰਕਸ਼ਨ ਹੈ ਐਕਸਚੇਂਜ ਮੀਡੀਅਮ ਆਫ ਐਕਸਚੇਂਜ ਐਂਡ ਮੀਡੀਅਮ ਮੇਜਰ ਆਫ ਵੈਲਿਊ ਇਹ ਸਭ ਤੋਂ ਇੰਪੋਰਟੈਂਟ ਜਿਹੜੇ ਫੰਕਸ਼ਨ ਹੈਗੇ ਹੈ ਮਨੀ ਦੇ। ਅੱਗੇ ਹੈ ਸੈਕੰਡਰੀ ਫੰਕਸ਼ਨ ਜੋ ਕੰਪਲੀਮੈਂਟਰੀ ਜੋ ਕਿ ਮਤਲਬ ਕਿ ਪ੍ਰਾਇਮਰੀ ਮੇਨ ਫੰਕਸ਼ਨ ਕਰਨ ਤੋਂ ਬਾਅਦ ਕੀਤੇ ਜਾਂਦੇ ਹੈ ਐਂਡ ਇਹਨਾਂ ਨੂੰ ਸਬਸਿਡਰੀ ਫੰਕਸ਼ਨ ਜਾਂ ਡੈਰੀਵੇਟ ਫੰਕਸ਼ਨ ਵੀ ਕਿਹਾ ਜਾਂਦਾ ਹੈ। ਹੁਣ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਕੀ ਹੈਗਾ ਹੈ ਸਟੈਂਡਰਡ ਆਫ ਦ ਡੈਫਰਡ ਪੇਮੈਂਟ ਕੀ ਹੁੰਦੀ ਹੈ ਕਿ ਜਿਹੜਾ ਮਨੀ ਹੁਣ ਪੇ ਕਰਨਾ ਸੀਗਾ बट अजे पे नहीं किया। फॉर एग्जाम्पल तुसी फीस पे करनी सी बट अजे पे नहीं की, अजे वो पेंडिंग हैगी है, तुसी उन्होंने बाद पे करोगे, डैट इज़ अ डेफर्ड पेमेंट। एंड ये की है कि जी मनी है मनी के नाल तुसी किनियां पेमेंट पहला नहीं कीतियां कितना पैसा पे करना रहिंदा है। फॉर एग्जाम्पल तुसी जो है मोटरसाइकिल खरीद के आए हो, मोटरसाइकिल की कीमत 50,000 की हैगी है, तुसी 30,000 जो है एट प्रेजेंटली पे करता। ਹੁਣ ਇਹਦੇ ਵਿੱਚ 20,000 ਜਿਹੜੇ ਹੈ ਰਹਿ ਗਏ ਹੈ ਐਂਡ 20,000 ਕੀ ਹੈਗੀ ਹੈ ਡੈਫਰਡ ਪੇਮੈਂਟ ਹੈ। ਹੁਣ ਜਦੋਂ ਵੀ ਤੁਸੀਂ ਪੇ ਕਰਨਾ ਹੈ ਹੁਣ ਇਹਦੇ ਵਿੱਚ ਕੋਈ ਇਨਕਰੀਜ਼ ਡਿਕਰੀਜ਼ ਨਹੀਂ ਹੋਏਗਾ। ਇਹ ਸਟੈਂਡਰਡ ਫਾਰਮ ਜੋ ਇਹਦੀ ਹੈ ਸੇਮ ਰਹੇਗੀ, ਸਟੇਬਲ ਰਹੇਗੀ ਐਂਡ ਇਹ ਤੁਸੀਂ ਜੋ ਹੈ ਪੇ ਕਰਨਾ ਹੈਗਾ ਅਤੇ ਇਹਨੂੰ ਤੁਸੀਂ ਪੇ ਕਰੋਗੇ ਐਂਡ ਇਹ ਜਿਹੜਾ ਹੈਗਾ ਇਹਦੇ ਨਾਲ ਵਿਦ ਦਾ ਹੈਲਪ ਆਫ ਮਨੀ ਦੇ ਨਾਲ ਹੀ ਅਸੀਂ ਮੇਜਰ ਕਰ ਸਕਦੇ ਹਾਂ। ਅੱਗੇ ਹੈ ਸਟੋਰ ਆਫ ਦਾ ਵੈਲਿਊ। ਹੁਣ ਪਾਰਟ ਆਫ ਦ ਇਨਕਮ ਜੋ ਹੈ ਆਪਾਂ ਫਿਊਚਰ ਵਾਸਤੇ ਸੇਵ ਕਰ ਸਕਦੇ ਹਾਂ ਇਹਨੂੰ ਕਹਿੰਦੇ ਸਟੋਰ ਆਫ ਦ ਵੈਲਿਊ ਐਂਡ ਦਿਸ ਇਜ਼ ਪੋਸੀਬਲ ਇਨ ਦਾ ਹੈਲਪ ਵਿਦ ਦਾ ਹੈਲਪ ਆਫ ਮਨੀ। ਸਿਰਫ ਮਨੀ ਦੀ ਹੈਲਪ ਨਾਲ ਹੀ ਅਸੀਂ ਜੋ ਹੈ ਮਨੀ ਨੂੰ ਸੇਵ ਕਰ ਸਕਦੇ ਹਾਂ ਐਂਡ ਆਪਣੀ ਉਹਨੂੰ ਜਮ੍ਹਾਂ ਕਰੀ ਜਾ ਸਕਦੇ ਹਾਂ। ਇਹਨੂੰ ਕਹਿੰਦੇ ਸਟੋਰ ਆਫ ਦਾ ਵੈਲਿਊ ਐਂਡ ਇਹ ਮਨੀ ਹੀ ਸਾਨੂੰ ਹੈਲਪ ਕਰਦਾ ਹੈ। ਜਦੋਂ ਬਾਰਟਰ ਸਿਸਟਮ ਸੀ ਉਦੋਂ ਸਟੋਰ ਆਫ ਵੈਲਿਊ ਨਹੀਂ ਸੀਗੀ। ਟ੍ਰਾਂਸਫਰ ਆਫ ਦਾ ਵੈਲਿਊ ਹੁਣ ਮੋਬਿਲਿਟੀ ਵੈਲਥ ਅਤੇ ਐਸੈਟ ਦੀ ਮੋਬਿਲਿਟੀ ਵੀ ਜਿਹੜੀ ਹੈਗੀ ਹੈ ਇਹ ਮਨੀ ਦੀ ਹੈਲਪ ਨਾਲ ਹੀ ਪੋਸੀਬਲ ਹੈਗਾ। ਫੋਰ ਐਗਜ਼ਾਮਪਲ ਜਿੱਦਾਂ ਤੁਹਾਡੀ ਪ੍ਰੋਪਰਟੀ ਹੈ ਠੀਕ ਹੈ, ਤੁਸੀਂ ਮਤਲਬ ਕਿ ਉਹਦੀ ਵਿਲ ਬਣਾ ਸਕਦੇ ਹੋ, ਉਹ ਕਿਸੇ ਹੋਰ ਦੇ ਨਾਮ 'ਤੇ ਸੇਲ ਕਰ ਸਕਦੇ ਹੋ, ਵੇਚ ਸਕਦੇ ਹੋ, ਕਿਸੇ ਹੋਰ ਦੇ ਨਾਮ 'ਤੇ ਕਰਵਾ ਸਕਦੇ ਹੋ। ਇਹ ਉਦੋਂ ਹੀ ਪੋਸੀਬਲ ਹੋਇਆ ਹੈ ਜਦੋਂ ਕਿ ਮਤਲਬ ਕਿ ਮਨੀ ਆਇਆ ਹੈ। ਮਨੀ ਦੇ ਨਾਲ ਹੀ ਟ੍ਰਾਂਸਫਰ ਆਫ ਦਾ ਵੈਲਿਊ ਹੋਣੀ ਪੋਸੀਬਲ ਹੋਈ ਹੈ, ਪਹਿਲਾਂ ਇਹ ਪੋਸੀਬਲ ਨਹੀਂ ਸੀਗੀ। ਅੱਗੇ ਹੈਗਾ ਅਦਰ ਫੰਕਸ਼ਨ ਕਿਹੜੇ ਹੈਗੇ ਹੈ ਜਿਹੜੇ ਕਿ ਇਕਨੋਮਿਕ ਡਿਵੈਲਪਮੈਂਟ ਆਫ ਕੰਟਰੀ ਦੇ ਵਿੱਚ ਕੰਟਰੀਬਿਊਟ ਕਰਦੇ ਹੈਗੇ ਹੈ। ਹੁਣ ਇਹਦੇ 'ਚ ਸਭ ਤੋਂ ਪਹਿਲਾਂ ਡਿਸਟਰੀਬਿਊਸ਼ਨ ਆਫ ਨੈਸ਼ਨਲ ਇਨਕਮ ਕਿ ਜਿਹੜੀ ਨੈਸ਼ਨਲ ਇਨਕਮ ਹੈਗੀ ਹੈ ਉਹ ਮਨੀ ਦੀ ਹੈਲਪ ਨਾਲ ਹੀ ਐਸਟੀਮੇਟ ਕੀਤੀ ਜਾ ਸਕਦੀ ਹੈ, ਕੈਲਕੂਲੇਟ ਕੀਤੀ ਜਾ ਸਕਦੀ ਹੈ। ਵਿਦਾਊਟ ਮਨੀ ਜੋ ਹੈ ਬਾਰਟਰ ਸਿਸਟਮ ਸੀਗਾ ਉਹ ਨੈਸ਼ਨਲ ਇਨਕਮ ਕੈਲਕੂਲੇਟ ਨਹੀਂ ਹੁੰਦੀ ਸੀ ਕਿਉਂਕਿ ਨੈਸ਼ਨਲ ਇਨਕਮ ਤਾਂ ਹੀ ਕੈਲਕੂਲੇਟ ਹੋ ਸਕਦੀ ਹੈ ਜੇ ਸਾਨੂੰ ਪਤਾ ਲੱਗੇਗਾ ਕਿ ਸਾਡੀ ਇਕੋਨਮੀ ਵਿੱਚ ਕਿੰਨੇ ਲੋਕ ਕੰਮ ਕਰ ਰਹੇ ਹੈ, ਉਹ ਕਿੰਨਾ ਅਰਨ ਕਰ ਰਹੇ ਹੈ ਐਂਡ ਉਹਨਾਂ ਦੀ ਅਰਨਿੰਗ ਕਿੱਥੋਂ ਪਤਾ ਚੱਲੇਗੀ, ਮਨੀ ਤੋਂ ਪਤਾ ਚੱਲੇਗੀ ਕਿਉਂਕਿ ਅਰਨਿੰਗ ਤੋਂ ਹੀ ਜਿਹੜੀ ਹੈਗੀ ਹੈ ਨੈਸ਼ਨਲ ਇਨਕਮ ਬਣਦੀ ਹੈ। ਪਰ ਪਰਸਨ ਜਿਹੜੇ ਇੰਡੀਵਿਜੂਅਲ ਹੈਗੇ ਹੈ ਇਕੋਨਮੀ ਵਿੱਚ ਜਦੋਂ ਆਪਾਂ ਉਹਨਾਂ ਨੂੰ ਐਗਰੀਗੇਟ ਕਰ ਲੈਂਦੇ ਹਾਂ ਫਿਰ ਸਾਨੂੰ ਨੈਸ਼ਨਲ ਇਨਕਮ ਪਤਾ ਲੱਗਦੀ ਹੈ ਅਤੇ ਔਰ ਫੈਕਟਰ ਆਫ ਪ੍ਰੋਡਕਸ਼ਨ 'ਤੇ ਕਿੰਨਾ ਮਤਲਬ ਕਿ ਖਰਚ ਕਰ ਰਹੇ ਹਾਂ, ਨੈਸ਼ਨਲ ਇਨਕਮ ਕਿੰਨੀ ਹੋ ਰਹੀ ਹੈ, ਇਹ ਸਭ ਕੁਝ ਸਾਨੂੰ ਜੋ ਹੈ ਇਹਦੇ ਤੋਂ ਪਤਾ ਲੱਗਦਾ ਹੈ। ਅੱਗੇ ਹੈਗਾ ਪ੍ਰੋਵਾਈਡ ਮੈਕਸੀਮਮ ਸੈਟਿਸਫੈਕਸ਼ਨ ਟੂ ਕੰਜ਼ਿਊਮਰ। ਹੁਣ ਜਿਹੜੀ ਹੈਗਾ ਐਵਰੀ ਕੰਜ਼ਿਊਮਰ ਦਾ ਇਹ ਪਰਪਸ ਹੁੰਦਾ ਕਿ ਉਹ ਮੈਕਸੀਮਮ ਸੈਟਿਸਫੈਕਸ਼ਨ ਗੈਟ ਕਰਨ, ਚਾਹੇ ਉਹਦੀ ਇਨਕਮ ਘੱਟ ਵੀ ਹੈਗੀ ਪਰ ਮੈਕਸੀਮਮ ਜਿਹੜੀ ਹੈਗੀ ਸੈਟਿਸਫੈਕਸ਼ਨ ਗੈਟ ਕਰੇ। ਇਹਦੇ ਵਾਸਤੇ ਉਹ ਕੀ ਕਰੇਗਾ ਡਿਫਰੈਂਟ ਗੁੱਡਸ ਨੂੰ ਕੰਪੇਅਰ ਕਰੇਗਾ ਕਿ ਉਹਨੂੰ ਡਿਫਰੈਂਟ ਗੁੱਡਸ ਨੂੰ ਕਿੱਦਾਂ ਯੂਟੀਲਿਟੀ ਪ੍ਰੋਵਾਈਡ ਹੋ ਰਹੀ ਹੈ ਐਂਡ ਇਹ ਜਿਹੜੀ ਯੂਟੀਲਿਟੀ ਜਿਹੜੀ ਹੈਗੀ ਹੈ ਇਨ ਕੰਪੈਰੀਜ਼ਨ ਆਫ ਪ੍ਰਾਈਸ
ਐਂਡ ਕਮੋਡਿਟੀ ਦੇ ਕੰਪੈਰੀਜ਼ਨ ਕਰਕੇ ਹੋਏਗਾ। ਐਂਡ ਇਹ ਉਦੋਂ ਹੀ ਪੋਸੀਬਲ ਹੋ ਸਕਦਾ ਜਦੋਂ ਮਨੀ ਹੈਗਾ, ਕਿਉਂਕਿ ਮਨੀ ਹੀ ਉਹਨਾਂ ਦੀ ਵੈਲਿਊ ਦੱਸੇਗਾ ਐਂਡ ਦੱਸੇਗਾ ਕਿ ਮੈਕਸਿਮਮ ਸੈਟਿਸਫੈਕਸ਼ਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਪ੍ਰੋਵਾਈਡ ਮੈਕਸਿਮਮ ਪ੍ਰੋਫਿਟ ਟੂ ਦ ਪ੍ਰੋਡਿਊਸਰ, ਕਿ ਪ੍ਰੋਡਿਊਸਰ ਨੂੰ ਮੈਕਸਿਮਮ ਪ੍ਰੋਫਿਟ ਜੋ ਹੈ ਉਹ ਵੀ ਜੋ ਹੈ ਵਿਦ ਦ ਹੈਲਪ ਆਫ ਮਨੀ ਪਤਾ ਲੱਗਦਾ, ਕਿਉਂਕਿ ਮਨੀ ਦੀ ਮਦਦ ਦੇ ਨਾਲ ਹੀ ਜੱਜ ਕੀਤਾ ਜਾ ਸਕਦਾ ਹੈ ਕਿ ਪ੍ਰੋਡਿਊਸਰ ਨੂੰ ਕਿੰਨਾ ਪ੍ਰੋਫਿਟ ਹੋ ਰਿਹਾ ਹੈ। ਐਂਡ ਇਹਦੇ ਵਿੱਚ ਵੀ ਮਨੀ ਜੋ ਹੈ ਪ੍ਰੋਡਿਊਸਰ ਦੀ ਵੀ ਹੈਲਪ ਕਰਦਾ ਹੈ ਇਹ ਜਾਣਨ ਵਾਸਤੇ ਔਰ ਮੈਕਸਿਮਮ ਪ੍ਰੋਫਿਟ ਅਰਨ ਕਰਨ ਵਾਸਤੇ। ਹੁਣ ਫੋਰ ਐਗਜ਼ਾਮਪਲ ਜਿੱਦਾਂ 2018 ਦੇ ਵਿੱਚ 50,000 ਪ੍ਰੋਫਿਟ ਅਰਨ ਕੀਤਾ ਹੈ, 2000 ਦੇ ਵਿੱਚ 70,000 ਕੀਤਾ ਹੈ, ਅਤੇ ਇੱਥੇ ਵਿਦ ਦੀ ਹੈਲਪ ਆਫ ਮਨੀ ਪ੍ਰੋਡਿਊਸਰ ਕੰਪੇਅਰ ਕਰ ਸਕਦਾ ਕਿ 20,000 ਪ੍ਰੋਫਿਟ ਇਨਕਰੀਜ਼ ਹੋਇਆ ਹੈ ਅਤੇ ਹੁਣ ਅੱਗੇ ਉਹ 2020 ਵਾਸਤੇ ਵੀ ਟਾਰਗੇਟ ਫਿਕਸ ਕਰ ਸਕਦਾ ਹੈ। ਹੁਣ ਬੇਸਿਸ ਆਫ ਕ੍ਰੈਡਿਟ ਕ੍ਰੀਏਸ਼ਨ ਕੀ ਹੁੰਦਾ ਹੈ, ਇਹ ਅਸੀਂ ਬੈਂਕਿੰਗ ਦੇ ਚੈਪਟਰ 'ਚ ਪੜ੍ਹਿਆ ਹੈ ਕਿ ਜਿੱਦਾਂ ਬੈਂਕ ਦੇ ਵਿੱਚ ਅਸੀਂ 50,000 ਡਿਪੋਜ਼ਿਟ ਕਰਵਾਇਆ ਤੇ ਬੈਂਕ ਕੀ ਕਰੇਗੀ, 10,000 ਆਪਣੇ ਕੋਲ ਰੱਖੇਗੀ, ਬਾਕੀ 40,000 ਕੀ ਕਰ ਦੇਗੀ, ਲੈਂਡ ਕਰ ਦੇਗੀ। ਹੁਣ ਉਹ ਜਿਹੜਾ ਹੈਗੀ ਹੈ ਇਹ ਪ੍ਰੋਸੈਸ ਜਿਹੜੀ ਹੈਗੀ ਇਹ ਵੀ ਤਾਂ ਹੋ ਸਕਦੀ ਹੈ ਜੇ ਮਨੀ ਹੈਗਾ ਹੈ, ਕਿਉਂਕਿ ਜੇ ਮਨੀ ਨਹੀਂ ਹੈ ਤਾਂ ਕ੍ਰੈਡਿਟ ਕ੍ਰੀਏਸ਼ਨ ਨਹੀਂ ਹੋ ਸਕਦਾ, ਕਿਉਂਕਿ ਬਾਰਟਰ ਸਿਸਟਮ ਦੇ ਵਿੱਚ ਅਸੀਂ ਗੁੱਡਸ ਨੂੰ ਨਹੀਂ ਡਿਵਾਈਡ ਕਰ ਸਕਦੇ ਸੀਗੇ, ਬਟ ਹੁਣ ਇੱਥੇ ਮਨੀ ਨੂੰ ਆਪਾਂ ਡਿਵਾਈਡ ਕਰ ਸਕਦੇ ਹਾਂ। ਬੀਅਰਰ ਆਫ ਆਪਸ਼ਨ, ਹੁਣ ਮਤਲਬ ਕਿ ਕੀ ਹੈ ਕਿ ਜਿਹੜਾ ਮਨੀ ਹੈ ਹਰ ਕਿਸੇ ਇੰਡੀਵਿਜੂਅਲ ਦੇ ਆਪਣੇ ਗੋਲਸ ਅਚੀਵ ਕਰਨ ਵਾਸਤੇ ਹੈਲਪ ਕਰਦਾ ਹੈ, ਜਿੱਦਾਂ ਕੰਜ਼ਿਊਮਰ ਸੈਟਿਸਫੈਕਸ਼ਨ ਪ੍ਰੋਵਾਈਡ ਕਰਦਾ ਹੈ, ਪ੍ਰੋਡਿਊਸਰ ਨੂੰ ਸੈਟਿਸਫੈਕਸ਼ਨ ਪ੍ਰੋਵਾਈਡ ਕਰਦਾ ਹੈ। ਅਤੇ ਇਸ ਤਰੀਕੇ ਦੇ ਨਾਲ ਕੀ ਹੈ ਕਿ ਹਰ ਕੋਈ ਜੋ ਹੈ ਇਹਨੂੰ ਆਪਣੇ ਤਰੀਕੇ ਦੇ ਨਾਲ ਮਨੀ ਨੂੰ ਯੂਜ਼ ਕਰ ਸਕਦਾ ਹੈ। ਪ੍ਰੋਡਿਊਸਰ ਜਿਹੜਾ ਹੈਗਾ ਆਪਣੀ ਪ੍ਰੋਫਿਟ ਨੂੰ ਸੈਟਿਸਫਾਈ ਕਰ ਸਕਦਾ ਹੈ ਔਰ ਕੰਜ਼ਿਊਮਰ ਜਿਹੜਾ ਹੈਗਾ ਆਪਣੀ ਨੀਡ ਨੂੰ ਸੈਟਿਸਫਾਈ ਕਰ ਸਕਦਾ ਹੈ। ਇਨਕਰੀਜ਼ ਇਨ ਲਿਕੁਇਡਿਟੀ, ਹੁਣ ਜਿਹੜਾ ਮਨੀ ਜਿਹੜਾ ਹੈਗਾ ਇੱਕ ਇਨ ਕੈਸ਼ ਫਾਰਮ ਦੇ ਵਿੱਚ ਹੁੰਦਾ ਹੈ ਔਰ ਇਹਦੇ ਨਾਲ ਹਰ ਕੋਈ ਟ੍ਰਾਂਜੈਕਸ਼ਨ ਆਪਾਂ ਈਜ਼ਲੀ ਕੈਰੀ ਕਰ ਸਕਦੇ ਹਾਂ ਔਰ ਗੁੱਡ ਐਂਡ ਸਰਵਿਸਿਜ਼ ਕੋਈ ਵੀ ਪਰਚੇਜ਼ ਕਰ ਸਕਦੇ ਹਾਂ। ਐਂਡ ਇਹ ਜਿਹੜੀ ਹੈਗੀ ਹੈ ਕੁਆਲਿਟੀ ਆਫ ਲਿਕੁਇਡਿਟੀ ਮੇਜਰ ਕਰਨੀ, ਇਹ ਵੀ ਵਿਦ ਦਾ ਹੈਲਪ ਆਫ ਮਨੀ ਨੂੰ ਕਰਦੇ ਹਾਂ। ਲਿਕੁਇਡਿਟੀ ਜੋ ਹੈ ਤੁਸੀਂ ਲਾਸਟ ਈਅਰ ਵੀ ਅਕਾਊਂਟਸ ਵਿੱਚ ਪੜ੍ਹਿਆ ਸੀਗਾ, ਲਿਕੁਇਡਿਟੀ ਮਤਲਬ ਹੁੰਦਾ ਕੈਸ਼ ਅਮਾਊਂਟ, ਠੀਕ ਹੈ, ਐਂਡ ਕੈਸ਼ ਅਮਾਊਂਟ ਆਫ ਮਨੀ ਜਿਹੜੀ ਹੈਗੀ ਇਹਦੇ ਨਾਲ ਇਨਕਰੀਜ਼ ਹੁੰਦੀ ਹੈ। ਗਰੰਟੀ ਆਫ ਦਾ ਸੋਲਵੈਂਸੀ ਕੀ ਹੁੰਦੀ ਹੈ ਕਿ ਇਹ ਜਿਹੜਾ ਪਰਸਨ ਹੈ ਜਾਂ ਜੋ ਵੀ ਹੈ ਇਹ ਇਹਦੇ ਕੋਲ ਸਫੀਸ਼ੀਐਂਟ ਅਮਾਊਂਟ ਆਫ ਮਨੀ ਹੈ, ਇਹ ਆਪਣਾ ਜੋ ਜਿਹੜਾ ਹੈਗਾ ਖਰਚਾ ਪਾਣੀ ਕਰ ਸਕਦਾ ਹੈ, ਡੇਲੀ ਰੂਟੀਨਸ ਪੂਰੀ ਕਰ ਸਕਦਾ ਹੈ, ਆਪਣੀ ਨੀਡਸ ਪੂਰੀ ਕਰ ਰਿਹਾ ਹੈ, ਇਹਨੂੰ ਕਹਿੰਦੇ ਹੈ ਸੋਲਵੈਂਸੀ। ਐਂਡ ਇਹ ਸੋਲਵੈਂਸੀ ਦੀ ਵੀ ਗਰੰਟੀ ਕੌਣ ਦਿੰਦਾ, ਮਨੀ ਦਿੰਦਾ। ਵਿਦ ਦਾ ਹੈਲਪ ਆਫ ਮਨੀ ਹੀ ਅਸੀਂ ਕੰਪੇਅਰ ਕਰ ਸਕਦੇ ਹਾਂ ਕਿ ਇਹ ਪਰਸਨ ਜੋ ਹੈ ਕੈਪੇਬਲ ਹੈ, ਸੋਲਵੈਂਟ ਹੈ ਜਾਂ ਨਹੀਂ ਹੈ। ਅਗਰ ਉਸ ਪਰਸਨ ਕੋਲ ਮਨੀ ਹੈ, ਉਹ ਆਪਣੇ ਡੈਟ ਪੇ ਕਰ ਸਕਦਾ, ਆਪਣੇ ਉਧਾਰ ਪੇ ਕਰ ਸਕਦਾ ਹੈ, ਅਤੇ ਇਹਦਾ ਮਤਲਬ ਕੀ ਹੈਗਾ ਕਿ ਉਹ ਪਰਸਨ ਸੋਲਵੈਂਟ ਹੈ। ਅਗਰ ਉਹ ਆਪਣੇ ਡੈਟ ਜਾਂ ਉਧਾਰ ਨਹੀਂ ਪੇ ਕਰ ਸਕਦਾ ਔਰ ਕਾਫੀ ਟਾਈਮ ਹੋ ਗਿਆ ਨਹੀਂ ਪੇ ਕਰ ਰਿਹਾ, ਅਤੇ ਇਹਦਾ ਮਤਲਬ ਕੀ ਹੋ ਗਿਆ, ਇਨਸੋਲਵੈਂਸੀ, ਠੀਕ ਹੈ। ਯਾਨੀ ਕਿ ਮਨੀ ਤੋਂ ਹੀ ਆਪਾਂ ਸੋਲਵੈਂਸੀ ਜਾਂ ਇਨਸੋਲਵੈਂਸੀ ਪਤਾ ਕਰ ਸਕਦੇ ਹਾਂ। ਅੱਗੇ ਕੀ ਇੰਡੀਕੇਟਰ ਆਫ ਦਾ ਪਾਵਰ, ਹੁਣ ਇੰਡੀਕੇਟਰ ਆਫ ਦਾ ਪਾਵਰ ਕੀ ਹੈ ਕਿ ਕਿਸੇ ਪਰਸਨ ਕੋਲ ਕਿੰਨੀ ਪਾਵਰਸ ਹੈਗੀਆਂ, ਇਹ ਵੀ ਜੋ ਹੈ ਜੱਜ ਮਨੀ ਕਰਦਾ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਅਗਰ ਕਿਸੇ ਪਰਸਨ ਕੋਲ ਮਨੀ ਨਹੀਂ ਹੈਗਾ ਅਤੇ ਉਹ ਜੋ ਹੈ ਉਹਦੇ ਕੋਲ ਪਾਵਰਸ ਵੀ ਨਹੀਂ ਹੈਗੀਆਂ, ਐਂਡ ਜਿਹਦੇ ਕੋਲ ਮਨੀ ਹੈਗਾ ਉਹਦੇ ਕੋਲ ਪਾਵਰਸ ਵੀ ਹੈ। ਪਾਵਰਸ ਕਿੱਦਾਂ ਹੈਗੀਆਂ ਕਿ ਜਿਹਦੇ ਕੋਲ ਮਨੀ ਹੈ ਉਹ ਪਰਸਨ ਕੁਝ ਵੀ ਕਰ ਸਕਦਾ ਹੈ, ਐਂਡ ਜਿਹਦੇ ਕੋਲ ਮਨੀ ਨਹੀਂ ਹੈਗਾ ਅਤੇ ਉਹ ਪਰਸਨ ਕੁਝ ਵੀ ਨਹੀਂ ਕਰ ਸਕਦਾ। ਇਸ ਤਰੀਕੇ ਦੇ ਨਾਲ ਮਨੀ ਜੋ ਹੈ ਇੱਕ ਈਵਲ ਦੀ ਤਰ੍ਹਾਂ ਵੀ ਯੂਜ਼ ਹੋ ਰਿਹਾ ਹੈ ਕਿ ਪੋਲੀਟੀਕਲ ਸੈਕਟਰ, ਸੋਸ਼ਲ ਸੈਕਟਰ ਦੇ ਵਿੱਚ ਇਹ ਈਵਲ ਦੀ ਤਰ੍ਹਾਂ ਵੀ ਯੂਜ਼ ਹੋ ਰਿਹਾ ਹੈ, ਪਰ ਇੱਕ ਜਨਰਲੀ ਫਾਰਮ ਦੇ ਮਨੀ ਜੋ ਹੈ ਉਹ ਇੰਡੀਕੇਟਰ ਆਫ ਦਾ ਪਾਵਰ ਹੈ। ਥੈਂਕ ਯੂ ਸਟੂਡੈਂਟ ਫॉर ਵਾਚਿੰਗ ਦਿਸ।